ਦੋਸਤੋ, ਯੂਕਰੇਨ ਅਤੇ ਰਸ਼ੀਆ ਵਿਚਕਾਰ ਜੰਗ ਸ਼ੁਰੂ ਹੋ ਚੁੱਕੀ ਹੈ। ਸਾਰਿਆਂ ਦਾ ਜ਼ੋਰ ਰਸ਼ੀਆ ਨੂੰ ਹਮਲਾਵਰ ਕਹਿ ਗਲਤ ਠਹਿਰਾਉਣ ਉੱਪਰ ਹੈ। ਦਬੀ ਜ਼ਬਾਨ ਵਿੱਚ ਇਸ ਨੂੰ ਵਰਲਡ ਵਾਰ 3 ਵੱਲ ਵਧਣਾ ਜਾਂ ਕਹੋ ਵਰਲਡ ਵਾਰ 3 ਦੀ ਸ਼ੁਰੂਆਤ ਕਿਹਾ ਜਾ ਰਿਹਾ ਹੈ। ਇਸ 'ਤੇ ਵਿਸਥਾਰ ਨਾਲ ਗੱਲ ਕਰਨ ਤੋਂ ਪਹਿਲਾਂ ਇਹ ਸਾਫ਼ ਸਮਝ ਲੈਣਾ ਚਾਹੀਦਾ ਹੈ ਕਿ ਵਰਲਡ ਵਾਰ 3 ਨਹੀਂ ਹੋਣ ਜਾ ਰਹੀ। ਪ੍ਰਮੁੱਖ ਕਾਰਨ ਪਿਛਲੇ 2-3 ਸਾਲਾਂ ਤੋਂ ਕੋਵਿਡ ਕਾਰਨ ਦੁਨੀਆ ਭਰ ਦੇ ਦੇਸ਼ਾਂ ਵਿੱਚ ਆਰਥਿਕ ਹਾਲਤ ਜੋ ਚੱਲ ਰਹੇ ਹਨ, ਉਹਨਾਂ ਹਾਲਾਤਾਂ ਕਰਕੇ ਕੋਈ ਵੀ ਦੇਸ਼ ਹੁਣ ਜੰਗ ਦੇ ਵਿੱਚ ਹੋਣ ਵਾਲੇ ਖਰਚ ਅਤੇ ਹੋਰ ਕਾਰਨਾਂ ਕਰਕੇ ਬਚਣ ਤੋਂ ਹੀ ਪਰਹੇਜ਼ ਕਰੇਗਾ। ਫਿਰ ਵਰਲਡ ਵਾਰ 3 ਕਿਵੇਂ ਹੋ ਸਕਦੀ ਹੈ? ਆਓ ਹੁਣ ਯੂਕਰੇਨ ਅਤੇ ਰਸ਼ੀਆ ਦੇ ਵਿਚਕਾਰ ਜੰਗ ਦੇ ਕਾਰਨਾਂ ਨੂੰ ਸਮਝੀਏ, ਬਿਨਾਂ ਕਿਸੇ ਨੂੰ ਗਲਤ ਜਾਂ ਠੀਕ ਕਹਿਣ 'ਤੇ। ਦੋਸਤੋ, ਸੰਨ 1991 ਵਿੱਚ ਰਸ਼ੀਆ, ਜੋ ਉਸ ਵੇਲੇ ਸੋਵੀਅਤ ਸੰਘ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦਾ ਵਿਘਟਨ ਹੋਇਆ ਸੀ। ਉਸ ਵੇਲੇ ਹੀ ਯੂਕਰੇਨ ਹੋਂਦ ਵਿੱਚ ਆਇਆ ਸੀ। 1991 ਵਿੱਚ ਨਾਟੋ ਨੇ ਉਸ ਵੇਲੇ ਰਸ਼ੀਆ ਨਾਲ ਵਾਅਦਾ ਕੀਤਾ ਸੀ ਕਿ ਉਹ ਪੂਰਬੀ ਯੂਰਪ ਦੇ ਦੇਸ਼ਾਂ ਨੂੰ ਆਪਣੇ ਸੈਨਿਕ ਸੰਗਠਨ ਵਿੱਚ ਸ਼ਾਮਲ ਨਹੀਂ ਕਰੇਗਾ, ਜੋ ਪਹਿਲਾਂ USSR ਦਾ ਹਿੱਸਾ ਹੁੰਦੇ ਸਨ। ਇਹਦੇ ਲਈ ਵਰਸ਼ਾ ਪੈਕਟ ਰੱਦ ਕਰਨ ਲਈ ਉਹਨਾਂ ਰਸ਼ੀਆ ਨੂੰ ਮਨਾ ਲਿਆ ਸੀ। ਇੱਥੇ ਯਾਦ ਰੱਖੋ ਕਿ ਨਾਟੋ ਵਿੱਚ ਨਾਰਵੇ, ਡਨਮਾਰਕ, UK, ਨੀਦਰਲੈਂਡ, ਬੈਲਜੀਅਮ, ਜਰਮਨੀ ਜੋ ਉਸ ਵੇਲੇ ਵੈਸਟ ਜਰਮਨੀ ਸੀ, ਇਟਲੀ, ਗ੍ਰੀਸ ਅਤੇ ਤੁਰਕੀ ਵਰਗੇ ਦੇਸ਼ ਸਨ। ਇਹਨਾਂ ਦੇਸ਼ਾਂ ਦਾ ਮਿਲਿਆ ਹੋਇਆ ਅਲਾਇੰਸ ਹੀ ਨਾਟੋ ਕਹਾਉਂਦਾ ਸੀ। ਆਸਾਨ ਸ਼ਬਦਾਂ ਵਿੱਚ ਇਹ ਮਿੱਤਰ ਦੇਸ਼ ਸਨ ਜੋ ਸੈਨਿਕ ਤੌਰ 'ਤੇ ਇੱਕ ਦੂਜੇ ਨਾਲ ਜੁੜੇ ਹੋਏ ਸਨ ਅਤੇ ਇੱਕ ਦੂਜੇ ਦੀ ਹਮਲਾ ਹੋਣ ਦੀ ਸੂਰਤ ਵਿੱਚ ਮਦਦ ਕਰਨ ਲਈ ਵਚਨਬੱਧ ਸਨ। ਉਸ ਵੇਲੇ ਰਸ਼ੀਆ ਵਾਲੀ ਧਿਰ ਵਿੱਚ ਸੋਵੀਅਤ ਯੂਨੀਅਨ, ਚੈਕੋਸਲਾਵੀਆ, ਹੰਗਰੀ, ਬੁਲਗਾਰੀਆ, ਅਲਬਾਨੀਆ, ਪੋਲੈਂਡ, ਰੋਮਾਨੀਆ ਅਤੇ ਉਸ ਵੇਲੇ ਦੀ ਈਸਟ ਜਰਮਨੀ ਇਸ ਵਰਸਾ ਪੈਕਟ ਵਿੱਚ ਸੋਵੀਅਤ ਸੰਘ ਵੱਲ ਖੜੇ ਹੁੰਦੇ ਸਨ। ਰਸ਼ੀਆ ਨੇ 1991 ਵਿੱਚ ਵਰਸਾ ਪੈਕਟ ਰੱਦ ਕਰ ਸਮਝੌਤਾ ਇਮਾਨਦਾਰੀ ਨਾਲ ਨਿਭਾਇਆ, ਪਰ ਨਾਟੋ ਨੇ ਕਦੇ ਵੀ ਇਸ ਦੇ ਉੱਪਰ ਅਮਲ ਨਹੀਂ ਕੀਤਾ। ਸਾਫ਼ ਸ਼ਬਦਾਂ ਵਿੱਚ ਕਹੀਏ ਤਾਂ ਵਾਅਦਿਓਂ ਮੁੱਕਰ ਗਿਆ ਸੀ ਨਾਟੋ। ਉਲਟਾ ਵਾਅਦਾ ਖਿਲਾਫੀ ਦੇ ਜਾ ਕੇ ਸਮਝੌਤਾ ਤੋੜਦੇ ਹੋਏ ਐਸਟੋਨੀਆ, ਲਤਾਵੀਆ, ਪੋਲੈਂਡ, ਰੋਮਾਨੀਆ ਵਰਗੇ ਦੇਸ਼ਾਂ ਨੂੰ ਨਾਟੋ ਦਾ ਮੈਂਬਰ ਬਣਾ ਲਿਆ। ਇਹ ਸਾਰੇ ਪਹਿਲਾਂ USSR ਦੇ ਹਿੱਸਾ ਹੁੰਦੇ ਸਨ। ਕਦੇ ਇਸ ਵੇਲੇ ਯੂਕਰੇਨ ਅਤੇ ਰਸ਼ੀਆ ਵਿਚਕਾਰ ਹੋ ਰਹੀ ਜੰਗ ਦੇ ਪਿੱਛੇ ਮੁੱਖ ਕਾਰਨ ਇਹੋ ਹੀ ਹੈ। ਪਹਿਲਾਂ ਵੀ 2003 ਈਸਵੀ ਵਿੱਚ ਨਾਟੋ ਨੇ ਜਾਰਜੀਆ ਨੂੰ ਵਾਅਦਾ ਕੀਤਾ ਸੀ ਕਿ ਉਹ ਉਹਨਾਂ ਨੂੰ ਜਲਦ ਹੀ ਨਾਟੋ ਵਿੱਚ ਸ਼ਾਮਲ ਕਰ ਲਵੇਗਾ। ਨਾਟੋ ਇੱਥੇ ਵੀ ਵਾਅਦਾ ਖਿਲਾਫੀ ਕਰ ਗਿਆ ਅਤੇ ਵਾਅਦਾ ਪੂਰੀ ਕਰਨ ਵਿੱਚ ਦੇਰੀ ਕਰ ਗਿਆ। ਇਹਨੇ ਰਸ਼ੀਆ ਤੇ ਜਾਰਜੀਆ ਦੇ ਸਬੰਧ ਖਰਾਬ ਕਰ ਦਿੱਤੇ। ਰਸ਼ੀਆ ਨੇ ਹਮਲਾ ਕਰ 2008 ਈਸਵੀ ਵਿੱਚ ਜਾਰਜੀਆ ਦੇ 3 ਟੁਕੜੇ ਕਰ ਦਿੱਤੇ। ਯੂਕਰੇਨ USSR ਦਾ ਦੂਜਾ ਸਭ ਤੋਂ ਵੱਡਾ ਅਤੇ ਸ਼ਕਤੀਸ਼ਾਲੀ ਦੇਸ਼ ਸੀ, ਆਬਾਦੀ ਅਤੇ ਸੈਨਿਕ ਤਾਕਤ ਦੇ ਤੌਰ 'ਤੇ। ਇੱਕ ਹੋਰ ਖਾਸ ਗੱਲ ਸੁਣੋ। 1994 ਈਸਵੀ ਵਿੱਚ ਬੁਡਾਪੇਸਟ ਮੈਮੋਰੰਡਮ 'ਤੇ ਯੂਕਰੇਨ ਕੋਲੋਂ ਅਮਰੀਕਾ ਅਤੇ ਬ੍ਰਿਟੇਨ ਨੇ ਇਹ ਕਹਿ ਕੇ ਸਮਝੌਤਾ ਕਰਾ ਲਿਆ ਸੀ ਕਿ ਯੂਕਰੇਨ ਇੱਕ ਸਮਝੌਤੇ ਤਹਿਤ ਆਪਣੇ ਪਰਮਾਣੂ ਹਥਿਆਰ ਨਸ਼ਟ ਕਰ ਦਿੰਦਾ ਹੈ ਤਾਂ ਬਦਲੇ ਵਿੱਚ ਇਹ ਦੇਸ਼ ਵਾਅਦਾ ਕਰਦੇ ਹਨ ਕਿ ਜਦੋਂ ਵੀ ਦੇਸ਼ ਉੱਪਰ ਕਦੀ ਹਮਲਾ ਹੋਵੇਗਾ ਤਾਂ ਇਹ ਉਹਨਾਂ ਦੀ ਰੱਖਿਆ ਕਰਨਗੇ, ਖਾਸ ਕਰ ਅਮਰੀਕਾ ਅਤੇ ਬ੍ਰਿਟੇਨ। ਵੇਖਿਆ ਕੀ ਰੱਖਿਆ ਕਰ ਰਹੇ ਹਨ ਇਹ, ਖਾਸ ਕਰ ਦੋਵੇਂ ਦੇਸ਼ ਯੂਕਰੇਨ ਦੀ। ਕਿੰਨੇ ਕੁ ਸਕੇ ਹੋਏ ਨੇ ਯੂਕਰੇਨ ਦੇ ਇਹ। ਇੱਥੇ ਇਹ ਯਾਦ ਰੱਖੋ ਕਿ ਉਸ ਵੇਲੇ ਯੂਕਰੇਨ ਦੁਨੀਆ ਦੀ ਸਭ ਤੋਂ ਵੱਡੀ ਪਰਮਾਣੂ ਸ਼ਕਤੀ ਵਿੱਚ 3 ਨੰਬਰ 'ਤੇ ਸੀ। ਰਸ਼ੀਆ ਅਤੇ ਅਮਰੀਕਾ ਵਿੱਚ ਪਹਿਲੇ ਅਤੇ ਦੂਜੇ ਨੰਬਰ ਦਾ
ਥੋੜ੍ਹਾ ਬਹੁਤਾ ਝਗੜਾ ਚੱਲਦਾ ਸੀ ਕਿ ਕੌਣ ਸਭ ਤੋਂ ਵੱਧ ਸ਼ਕਤੀਸ਼ਾਲੀ ਹੈ। ਪਰ ਇਸ ਵੇਲੇ ਯੂਕਰੇਨ ਤਾਂ ਤੀਜੇ ਨੰਬਰ 'ਤੇ ਪੂਰੀ ਦੁਨੀਆ ਵਿੱਚ ਸਭ ਨੂੰ ਪਤਾ ਸੀ ਕਿ ਪਰਮਾਣੂ ਹਥਿਆਰਾਂ ਦੇ ਮਾਮਲੇ ਵਿੱਚ ਇਹ ਕਿੱਥੇ ਖੜਿਆ ਹੈ। USSR ਤੋਂ ਅੱਡ ਹੋਣ ਸਮੇਂ ਯੂਕਰੇਨ ਨੂੰ ਵਿਰਾਸਤ ਵਿੱਚ ਸੈਂਕੜੇ ਪਰਮਾਣੂ ਹਥਿਆਰ ਮਿਲੇ ਸਨ। ਇਹਨਾਂ ਦੇ ਝੂਠੇ ਲਾਰਿਆਂ ਵਿੱਚ ਆ ਕੇ ਪਰਮਾਣੂ ਹਥਿਆਰ ਨਸ਼ਟ ਕਰ ਦਿੱਤੇ। ਇਹ ਉਹਦੀ ਅੱਜ ਸਭ ਤੋਂ ਵੱਡੀ ਗਲਤੀ ਬਣ ਗਈ ਹੈ। 1994 ਵਿੱਚ ਅਮਰੀਕਾ ਬ੍ਰਿਟੇਨ ਨਾਲ ਉਹ ਬੁਡਾਪੇਸਟ ਵਾਲਾ ਸਮਝੌਤਾ ਅੱਜ ਯੂਕਰੇਨ ਨੂੰ ਲੈ ਡੁੱਬਿਆ। ਜੇ ਉਹ ਪਰਮਾਣੂ ਹਥਿਆਰਾਂ ਦਾ ਜ਼ਖੀਰਾ ਉਸ ਕੋਲ ਹੁੰਦਾ ਤਾਂ ਰਸ਼ੀਆ ਹੋਵੇ ਜਾਂ ਅਮਰੀਕਾ, ਇਹ ਦੋਵੇਂ ਮਹਾਸ਼ਕਤੀਆਂ ਵੀ ਉਸ ਨਾਲ ਯੁੱਧ ਕਰਨ ਤੋਂ ਪਹਿਲਾਂ 100 ਵਾਰ ਸੋਚਦੀਆਂ। ਅੱਜ ਯੂਕਰੇਨ ਦਾ ਰਾਸ਼ਟਰਪਤੀ ਵਿਚਾਰਾ ਰੋਂਦੂ ਜਿਹਾ ਤਰਸ ਦਾ ਪਾਤਰ ਨਜ਼ਰ ਆ ਰਿਹਾ ਹੈ। ਇਸ ਤੋਂ ਵੱਧ ਉਹ ਕੁਝ ਵੀ ਨਹੀਂ ਲੱਗਦਾ। ਦੋਸਤੋ, ਨਾਟੋ, ਯੂਰਪੀਅਨ ਯੂਨੀਅਨ, UNO ਇਹ ਦੁਨੀਆ ਦੇ ਬੜੇ ਵੱਡੇ ਅਤੇ ਸ਼ਕਤੀਸ਼ਾਲੀ ਸੰਗਠਨ ਗਿਣੇ ਜਾਂਦੇ ਹਨ, ਪਰ ਇਸ ਜੰਗ ਵਿੱਚ ਇਹ ਕਿਤੇ ਵੀ ਨਜ਼ਰ ਨਹੀਂ ਆ ਰਹੇ। ਆਪਣੀ ਰੱਖਿਆ ਆਪ ਕਰਨੀ ਪੈਂਦੀ ਹੈ। ਇਹ ਸਿਧਾਂਤ ਇਸ ਜੰਗ ਵੇਲੇ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਹੈ। ਹਰ ਗੱਲ ਤੇ ਦੁਨੀਆ ਦੇ ਮੂੰਹ ਵੱਲ ਵੇਖਣ ਵਾਲਿਆਂ ਦਾ ਹਸ਼ਰ ਕੀ ਹੁੰਦਾ ਹੈ, ਉਹ ਯੂਕਰੇਨ ਦਾ ਜੋ ਹਸ਼ਰ ਹੋ ਰਿਹਾ ਹੈ ਵੇਖ ਕੇ ਸਮਝ ਜਾਣਾ ਚਾਹੀਦਾ ਹੈ। ਪੁਰਸ਼ਾਰਥ ਦਾ ਕੋਈ ਵੀ ਮੁਕਾਬਲਾ ਨਹੀਂ ਹੈ। ਇੱਕ ਪੰਜਾਬੀ ਵਿੱਚ ਕਹਾਵਤ ਹੈ ਕਿ ਪੰਗਾ ਤਾਂ ਹੀ ਲੈਣਾ ਚਾਹੀਦਾ ਹੈ ਜੇ ਆਪਣੇ ਡੋਲਿਆਂ ਵਿੱਚ ਜਾਨ ਹੋਵੇ, ਨਹੀਂ ਤਾਂ ਜਦੋਂ ਵਰਦੀਆਂ ਨੇ ਤਾਂ ਕੋਈ ਵੀ ਨਹੀਂ ਖੜਦਾ। ਕਿਉਂ ਸੱਚ ਕਿਹਾ ਹੈ ਨਾ ਦੋਸਤੋ। ਉਸ ਤੋਂ ਹੁਣ ਗੱਲ ਪੰਜਾਬ ਚੋਣਾਂ ਦੀ ਕਰਦੇ ਹਾਂ। ਪੰਜਾਬ ਵਿੱਚ ਚੋਣਾਂ 20 ਫਰਵਰੀ ਨੂੰ ਅਮਨੋ ਅਮਾਨ ਨਾਲ ਹੋ ਗਈਆਂ। ਵੋਟਿੰਗ ਪਿਛਲੀ ਵਾਰ ਨਾਲੋਂ ਘੱਟ ਹੀ ਰਹੀ। ਸਾਰੀਆਂ ਰਾਜਨੀਤਿਕ ਪਾਰਟੀਆਂ ਜਿੱਤ ਦੇ ਦਾਅਵੇ ਕਰ ਰਹੀਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ ਪ੍ਰਮੁੱਖ ਹੈ। ਉਹ ਆਪਣੀ ਜਿੱਤ ਦਾ ਦਾਅਵਾ ਠੋਕ ਰਹੀ ਹੈ। ਉਸ ਦੀ ਸੈਂਟਰ ਲੀਡਰਸ਼ਿਪ ਅਗਲੀ ਵਾਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਦੇ ਆਉਣ ਦਾ ਹੀ ਦਾਅਵਾ ਕਰ ਰਹੇ ਹਨ। ਆਖਰ ਉਹਨਾਂ ਨੇ ਪੰਜਾਬ ਵਿੱਚ ਦੌਰੇ ਅਤੇ ਰੈਲੀਆਂ ਵੀ ਬਹੁਤ ਕੀਤੀਆਂ ਹਨ। ਦੇਖੋ ਕੀ ਬਣਦਾ ਹੈ। ਉੱਧਰ ਆਮ ਆਦਮੀ ਪਾਰਟੀ ਵੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ, ਪਰ ਨਾਲ ਹੀ ਉਸਨੇ ਹਾਰ ਲਈ ਬਹਾਨੇ ਘੜਨੇ ਵੀ ਸ਼ੁਰੂ ਕਰ ਦਿੱਤੇ ਹਨ। EVM ਦੀ ਸੁਰੱਖਿਆ ਦਾ ਸ਼ਗੂਫਾ ਛੱਡਿਆ ਹੋਇਆ ਹੈ। ਜੇ ਹਾਰ ਗਏ ਤਾਂ ਲੋਕਾਂ ਦੇ ਇਮੋਸ਼ਨ ਨਾਲ ਖੇਡਣ ਲਈ। ਉੱਧਰ ਅਕਾਲੀ ਦਲ ਵੀ ਦਬਵੀਂ ਆਵਾਜ਼ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਠੋਕ ਰਿਹਾ ਹੈ ਅਤੇ ਨਾਲ ਹੀ BJP ਨਾਲ ਸਮਝੌਤੇ ਦੇ ਸੁਰ ਵੀ ਕੱਢਣ ਲੱਗ ਪਿਆ ਹੈ। ਬਿਨਾਂ BJP ਦੇ ਕੰਪਲੀਟ ਮੈਜੋਰਟੀ ਦਾ ਸੱਚ ਉਹਨੂੰ ਵੀ ਸਮਝ ਆ ਗਿਆ ਹੈ। BJP ਨੂੰ 2-3 ਸੀਟਾਂ ਤੱਕ ਹੀ ਸੀਮਿਤ ਕਰਨ ਵਾਲੇ ਵੱਡੇ ਚੈਨਲ ਅਤੇ ਪੱਤਰਕਾਰ 10 ਮਾਰਚ ਨੂੰ ਜ਼ਰੂਰ ਹੈਰਾਨ ਹੋਣਗੇ। BJP ਪੰਜਾਬ ਵਿੱਚ ਬੜੀ ਸਿਆਣਪ ਨਾਲ ਸੰਗਠਨ ਦਾ ਵਿਸਥਾਰ ਕਰ ਰਹੀ ਸੀ ਚੋਣਾਂ ਦੌਰਾਨ। ਉਹਨੇ ਚੋਣਾਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਲੜੀਆਂ ਹਨ ਅਤੇ ਆਪਣੀ ਤਾਕਤ ਵੇਖਣ ਲਈ। ਅਸਲੀ ਤਾਕਤ ਉਹ ਅਗਲੀਆਂ ਚੋਣਾਂ ਵਿੱਚ ਇਸਤੇਮਾਲ ਕਰੇਗੀ। ਫਿਰ ਪਤਾ ਲੱਗੇਗਾ ਕਿ ਉਹ ਪੰਜਾਬ ਵਿੱਚ ਕਿੱਥੇ ਕੁ ਖੜਦੀ ਹੈ। ਖਬਰ ਵੀ ਸੁਰਖੀਆਂ ਬਣੀ ਹੋਈ ਹੈ। ਸੜਕ ਹਾਦਸੇ ਵਿੱਚ ਕਲਾਕਾਰ ਅਤੇ ਨਵੇਂ ਨੇਤਾ ਬਣੇ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਹਨੂੰ ਸ਼ਹੀਦ ਦਾ ਦਰਜਾ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਪੰਜਾਬ ਅੰਦਰ। ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਅਦਾਲਤ ਵੱਲੋਂ ਦਿੱਤੀ ਹੋਈ ਜ਼ਮਾਨਤ ਹੁਣ ਖਤਮ ਹੋ ਗਈ ਸੀ ਅਤੇ ਉਹਨਾਂ ਨੂੰ ਫੇਰ ਕਸਟਡੀ ਵਿੱਚ ਭੇਜ ਦਿੱਤਾ ਗਿਆ, ਨਿਆਇਕ ਹਿਰਾਸਤ ਵਿੱਚ।